हाँ जी, सत श्री अकाल प्यारे विद्यार्थियों। प्यारे बच्चों, अज असी 9वीं क्लास का चैप्टर नंबर 19 तीन सवाल। इन्हां दे लेखक का नाम है लियो तालस्ताई। सो बेटा जिहड़ा यह चैप्टर है तीन सवाल, सो ये एक बार एक समय की गल है। आओ इस कहानी बारे थोड़ा जिहा स्पीड नाल आपां गल करते हैं कि एक राजा हुंदा बेटा, वो अपना राज प्रबंध दुरुस्त करन लई, चंगा करन लई, चंगी तरह चलाउण लई अपने मन दे विच तीन सवाल धारदा है कि काम शुरू करन लई चंगा समा किहड़ा हुंदा है, एक सवाल। दूसरा सवाल वो सोचदा कि वरताअ लई चंगे आदमी किहड़े हुंदे हन, ते तीसरा सवाल हुंदा कि सब तो जरूरी काम किहड़ा है। सो बेटा ਇਹਦੇ ਸੰਬੰਧ ਵਿੱਚ ਰਾਜਾ ਨਾ ਡੌਂਡਕੀ ਪਿਟਵਾ ਦਿੰਦਾ। ਡੌਂਡਕੀ ਪਿਟਵਾਉਣ ਤੋਂ ਭਾਵ ਹੁੰਦਾ ਸੁਣੋ 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 ਮਹਾਰਾਜ ਕਾ ਫਰਮਾਨ ਆਇਆ ਹੈ। ਇਸ ਤਰ੍ਹਾਂ ਵੀ ਜਦੋਂ ਲੋਕਾਂ ਦੇ ਵਿੱਚ ਇਹ ਗੱਲ ਜਾਂਦੀ ਹੈ ਕਿ ਰਾਜੇ ਨੇ ਤਿੰਨ ਸਵਾਲ ਪੁੱਛੇ ਨੇ। ਕਿਹੜੇ ਸਨ ਤਿੰਨ ਸਵਾਲ? ਕਿ ਕੰਮ ਸ਼ੁਰੂ ਕਰਨ ਲਈ ਚੰਗਾ ਸਮਾਂ ਕਿਹੜਾ ਹੈ, ਵਰਤਾਓ ਲਈ ਚੰਗੇ ਆਦਮੀ ਕਿਹੜੇ ਹਨ, ਤੇ ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ। ਸੋ ਸਾਰੇ ਦੇ ਬੇਟਾ ਬਣ ਦੀ ਲੱਕੜੀ, ਜਿਵੇਂ ਅਸੀਂ ਕਹਿ ਦਿੰਦੇ ਹਾਂ, ਭਾਂਤ ਸਮਾਤ ਜਿੰਨੇ ਮੂੰਹ ਉਨੀਆਂ ਗੱਲਾਂ। ਬਹੁਤ ਸਾਰੇ ਲੋਕਾਂ ਨੇ, ਵਿਦਵਾਨਾਂ ਨੇ ਇਕੱਠੇ ਹੋ ਕੇ ਰਾਜੇ ਦੇ ਦਰਬਾਰ ਦੇ ਵਿੱਚ ਆਪੋ ਆਪਣੇ ਵਿਚਾਰ ਦੇਣੇ ਸ਼ੁਰੂ ਕਰ ਦਿੱਤੇ। ਕਿਸੇ ਦੇ ਵਿਚਾਰ ਕਿਹੋ ਜਿਹੇ ਸਨ, ਕਿਸੇ ਦੇ ਕਿਹੋ ਜਿਹੇ ਸਨ। ਸੋ ਰਾਜਾ ਬੇਟਾ ਜਿੱਥੇ ਚਾਹੁੰਦਾ ਸੀਗਾ ਕਿ ਮੈਂ ਆਪਣੇ ਇਹਨਾਂ ਸਵਾਲਾਂ ਦੇ ਹੱਲ ਲੱਭ ਕੇ ਪ੍ਰਬੰਧ ਨੂੰ ਸਹੀ ਕਰ ਲਾਂ, ਅਤੇ ਵੱਖੋ ਵੱਖਰੇ ਲੋਕਾਂ ਦੇ ਵੱਖੋ ਵੱਖਰੇ ਸਵਾਲ ਜਦੋਂ ਰਾਜੇ ਨੇ ਸੁਣੇ ਤਾਂ ਰਾਜਾ ਬੇਟਾ ਹੋਰ ਕਨਫਿਊਜ਼ ਹੋ ਗਿਆ। ਉਹ ਹੋਰ ਚਿੰਤਾ ਦੇ ਵਿੱਚ ਪੈ ਗਿਆ, ਕਿਉਂਕਿ ਜੋ ਚੀਜ਼ ਉਹ ਸੌਖਾ ਕਰਨ ਬਾਰੇ ਸੋਚ ਰਿਹਾ ਸੀ ਕਿ ਪ੍ਰਬੰਧ ਨੂੰ ਸਹੀ ਚਲਾ ਲਾਂ, ਬਟ ਉਹ ਤਾਂ ਉਲਝ ਗਿਆ ਉਹਨਾਂ ਦੀਆਂ ਵੱਖੋ ਵੱਖਰੀਆਂ ਰਾਇਆਂ ਸੁਣ ਕੇ। ਸੋ ਫਿਰ ਰਾਜੇ ਨੂੰ ਕਿਸੇ ਨੇ ਦੱਸਿਆ ਕਿ ਇੱਕ ਜੰਗਲ ਦੇ ਵਿੱਚ ਨਾ ਇੱਕ ਤਪਸਵੀ ਸਾਧੂ ਰਹਿੰਦਾ ਹੈ, ਕਿ ਕਿਉਂ ਨਾ ਉਸ ਸਿਆਣੇ ਸਾਧੂ ਦੇ ਕੋਲ ਜਾਇਆ ਜਾਵੇ। ਪਰ ਰਾਜੇ ਨੇ ਸੋਚਿਆ ਜੇ ਮੈਂ ਆਪਣੇ ਇਸ ਪਹਿਰਾਵੇ ਦੇ ਵਿੱਚ ਉਹਨੂੰ ਮਿਲ ਜਾਵਾਂਗਾ ਤਾਂ ਫਿਰ ਉਹਨੇ ਮੇਰੇ ਨਾਲ ਉਹ ਚੰਗੀ ਤਰ੍ਹਾਂ ਪੇਸ਼ ਨਹੀਂ ਆਉਣਾ, ਜਾਂ ਉਹ ਸਾਧੂ ਕਿਸੇ ਵੱਡੇ ਲੋਕਾਂ ਨੂੰ ਜਾਂ ਕਿਸੇ ਵੀ ਬੰਦਿਆਂ ਨੂੰ ਆਮ ਮਿਲਦਾ ਨਹੀਂ ਸੀ। ਅਤੇ ਬੇਟਾ ਰਾਜੇ ਨੇ ਕੱਪੜੇ ਬਦਲੇ, ਆਮ ਲੋਕਾਂ ਵਰਗਾ ਭੇਸ਼ ਬਣਾਇਆ ਅਤੇ ਉੱਥੇ ਚਲਿਆ ਗਿਆ ਸਾਧੂ ਦੀ ਕੁਟੀਆ ਦੇ ਕੋਲ। ਜਦੋਂ ਦੇਖਿਆ ਜਿਹੜਾ ਸਾਧੂ ਸੀ ਬੇਟਾ ਉਹ ਕਹੀ ਲੈ ਕੇ ਕੰਮ ਕਰਨ ਲੱਗਿਆ ਹੋਇਆ। ਉਹਨੇ ਨਮਸਕਾਰ ਕੀਤੀ ਅਤੇ ਉਹਨੇ ਜਵਾਬ ਦਿੱਤਾ, ਆਸ਼ੀਰਵਾਦ ਦਿੱਤਾ, ਅਤੇ ਰਾਜੇ ਨਾਲ ਕੋਈ ਫਾਲਤੂ ਜਿਹੜੇ ਵਿਚਾਰ ਨਹੀਂ ਸਾਂਝੇ ਕੀਤੇ। ਅਤੇ ਜਦੋਂ ਰਾਜੇ ਨੇ ਵੇਖਿਆ ਕਿ ਜਿਹੜਾ ਸਾਧੂ ਉਹ ਤਾਂ ਕਹੀ ਨਾਲ ਆਪਣਾ ਕੰਮ ਕਰ ਰਿਹਾ, ਤਾਂ ਉਹਨੇ ਕਿਹਾ ਕਿ ਮਹਾਰਾਜ ਮੈਂ ਕਹੀ ਚਲਾਵਾਂ। ਅਤੇ ਚਲੋ ਇੱਕ ਦੋ ਵਾਰ ਪੁੱਛਣ ਤੋਂ ਬਾਅਦ ਜਿਹੜਾ ਉਹ ਤਪਸਵੀ ਸਾਧੂ ਆ ਉਹਨੇ ਕਿਹਾ ਕਿ ਲੈ ਭਾਈ ਤੂੰ ਚਲਾ ਲਾ ਕਹੀ। ਅਤੇ ਕਿੰਨਾ ਟਾਈਮ ਜਿਹੜਾ ਰਾਜਾ ਸੀ ਉੱਥੇ ਕੰਮ ਕਰਦਾ ਗਿਆ। ਰਾਜੇ ਨੇ ਕਿਹਾ ਕਿ ਮਹਾਰਾਜ ਮੇਰੇ ਤਿੰਨ ਸਵਾਲ ਨੇ ਜਿਹੜੇ ਮੈਂ ਆਪ ਜੀ ਦੇ ਪਾਸ ਲੈ ਕੇ ਆਇਆ, ਮੈਂ ਉਹਨਾਂ ਦੇ ਉੱਤਰ ਪੁੱਛਣੇ ਚਾਹੁੰਦਾ। ਕਿ ਉਹ ਸਵਾਲ ਨੇ ਕਿ ਕੰਮ ਕਰਨ ਲਈ ਚੰਗਾ ਸਮਾਂ ਕਿਹੜਾ ਹੈ, ਵਰਤਾਓ ਲਈ ਚੰਗੇ ਆਦਮੀ ਕਿਹੜੇ ਹਨ, ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ। ਵੀ ਕਿਰਪਾ ਕਰਕੇ ਤੁਸੀਂ ਮੇਰੇ ਜਿਹੜੇ ਤਿੰਨ ਸਵਾਲਾਂ ਦੇ ਜਵਾਬ ਦਿਓ। ਸੋ ਬੇਟਾ ਜਿਹੜਾ ਉਹ ਤਪਸਵੀ ਸਾਧੂ ਆ ਉਹ ਕੋਈ ਵੀ ਰਿਪਲਾਈ ਨਹੀਂ ਕਰਦਾ, ਬੋਲਦਾ ਨਹੀਂ, ਆਪਣੇ ਕੰਮ 'ਚ ਮਗਨ ਰਹਿੰਦਾ। ਫਿਰ ਰਾਜਾ ਕਹੀ ਫੜ ਕੇ ਜਦੋਂ ਉਹਨੂੰ ਫਿਰ ਸਵਾਲ ਕਰਦਾ ਅਤੇ ਫਿਰ ਵੀ ਕੋਈ ਉੱਤਰ ਨਹੀਂ ਆਉਂਦਾ, ਤਾਂ ਕਿੰਨਾ ਟਾਈਮ ਹੋ ਜਾਂਦਾ, ਦਿਨ ਛਿਪਣ ਵਾਲਾ ਹੋ ਜਾਂਦਾ, ਲਗਭਗ ਛਿਪ ਚੁੱਕਿਆ ਹੁੰਦਾ। ਅਤੇ ਰਾਜਾ ਵੀ ਉੱਥੇ ਕੰਮ ਕਰੀ ਜਾਂਦਾ, ਦਿਨ ਛਿਪ ਜਾਂਦਾ, ਅਤੇ ਰਾਜਾ ਸੋਚਦਾ ਸੀ ਵਾਪਸ ਜਾਣਾ। ਸੋ ਕਿੰਨਾ ਸਮਾਂ ਉਹਦਾ ਉੱਥੇ ਕੰਮ ਕਰਨ ਦੇ ਵਿੱਚ ਹੀ ਲੰਘ ਗਿਆ। ਅਤੇ ਸਾਹਮਣੇ ਤੋਂ ਬੇਟਾ ਇੱਕ ਜ਼ਖਮੀ ਨੌਜਵਾਨ ਆਉਂਦਾ, ਜਿਵੇਂ ਤੁਸੀਂ ਫੋਟੋ ਦੇ ਵਿੱਚ ਵੀ ਦੇਖ ਸਕਦੇ ਹੋ। ਅਤੇ ਉਹ ਸਾਧੂ ਕਹਿੰਦਾ ਭਾਈ ਉਹਦੀ ਆਪਾਂ ਮਦਦ ਕਰਦੇ ਹਾਂ। ਅਤੇ ਚਲੋ ਉਹਨੂੰ ਬੇਟਾ ਜਦੋਂ ਬੱਖੀ ਦੇ ਵਿੱਚ ਨਾ ਉਹਦੇ ਜ਼ਖਮ ਹੋਇਆ ਹੁੰਦਾ, ਘਾਵ ਬਣਿਆ ਹੁੰਦਾ, ਅਤੇ ਰਾਜਾ ਅਤੇ ਜਿਹੜਾ ਉਹ ਸਾਧੂ ਆ, ਰਾਜਾ ਇੱਕ ਰੁਮਾਲ ਕੱਢਦਾ ਆਪਣੀ, ਉਹਨੂੰ ਸਾਫ਼ ਕਰਦਾ, ਫਿਰ ਜ਼ਖਮ 'ਤੇ ਰੱਖਦਾ, ਫਿਰ ਸਾਫ਼ ਕਰਦਾ, ਫਿਰ ਜ਼ਖਮ 'ਤੇ ਰੱਖਦਾ, ਅਤੇ ਉਹਦੇ ਜਿਹੜਾ ਜ਼ਖਮ ਦਾ ਰਾਜਾ ਅਤੇ ਉਹ ਜਿਹੜਾ ਮਤਲਬ ਸਾਧੂ ਆ ਉਹ ਇਲਾਜ ਕਰਦੇ ਨੇ। ਸੋ ਇਲਾਜ ਕਰਾ ਕੇ ਜਦੋਂ ਉਹਨੂੰ ਲਿਜਾ ਕੇ ਨਾ ਉੱਥੇ ਅੰਦਰ ਪਾ ਦਿੰਦੇ ਨੇ, ਅਤੇ ਜਿਹੜਾ ਉਹ ਮੁੰਡਾ ਹੁੰਦਾ ਉਹ ਜਦੋਂ ਉਹਦੀ ਦਵਾਈ ਲੱਗ ਜਾਂਦੀ ਹੈ, ਜ਼ਖਮ ਸਾਫ਼ ਹੋ ਜਾਂਦੇ ਨੇ, ਉਹ ਥੱਕੇ ਹਾਰੇ ਨੂੰ ਨੀਂਦ ਆ ਜਾਂਦੀ ਹੈ। ਜਿਹੜਾ ਰਾਜੇ ਨੇ ਵਾਪਸ ਮੁੜਨਾ ਹੁੰਦਾ ਅਤੇ ਰਾਜਾ ਵੀ ਇੰਨਾ ਥੱਕਿਆ ਹਾਰਾ ਹੁੰਦਾ, ਅਤੇ ਉੱਥੇ ਹੀ ਫਰਸ਼ ਦੇ ਉੱਪਰ ਹੀ ਰਾਜਾ ਵੀ ਸੌਂ ਜਾਂਦਾ। ਸਵੇਰ ਹੁੰਦੀ ਆ, ਰਾਜਾ ਦੇਖਦਾ ਕਿ ਮੈਂ ਉਰੇ ਕਿੱਥੇ ਆ ਗਿਆ, ਅਤੇ ਜਿਹੜਾ ਉਹ ਪਿਆ ਹੁੰਦਾ ਮੁੰਡਾ ਨੌਜਵਾਨ, ਉਹ ਦੇਖਦਾ ਕਿ ਮੇਰੀ ਜਾਨ ਬਚਾਉਣ ਵਾਲਾ ਇਹ ਜਿਹੜਾ ਇਨਸਾਨ ਆ, ਇਹ ਤਾਂ ਰਾਜਾ ਵੀ, ਇਹ ਤਾਂ ਮੇਰੇ ਕੋਲ ਹੀ ਇੱਥੇ ਪਿਆ ਧਰਤੀ 'ਤੇ, ਮੇਰੀ ਦੇਖਭਾਲ ਕਰੀ, ਮੇਰੀ ਜਾਨ ਬਚਾਈ। ਤੋ ਹੱਥ ਜੋੜ ਕੇ ਉਦੋਂ ਮਾਫ਼ੀ ਮੰਗਦਾ, ਕਹਿੰਦਾ ਮਹਾਰਾਜ ਮੈਨੂੰ ਮਾਫ਼ ਕਰ ਦਿਓ। ਰਾਜਾ ਕਹਿੰਦਾ ਵੀ ਤੂੰ ਕੌਣ ਹੈ, ਮੈਂ ਤਾਂ ਤੈਨੂੰ ਪਹਿਚਾਣਿਆ ਨਹੀਂ। ਕਹਿੰਦਾ ਮਹਾਰਾਜ ਮੈਂ ਤੁਹਾਨੂੰ ਪਹਿਚਾਣਿਆ, ਮੈਂ ਤਾਂ ਤੁਹਾਨੂੰ ਮਾਰਨ ਆਇਆ ਸੀ। ਰਾਜਾ ਸੋਚਦਾ ਹੈ, ਕਹਿੰਦਾ ਜੀ ਮੈਂ ਤੁਹਾਨੂੰ ਉਡੀਕਦਾ ਰਿਹਾ ਕਿ ਰਾਜਾ ਮੈਨੂੰ ਪਤਾ ਲੱਗ ਗਿਆ ਸੀ ਵੀ ਜੰਗਲ 'ਚ ਇਕੱਲਾ ਗਿਆ, ਵੀ ਹੁਣ ਰਾਜਾ ਆਇਆ ਮੈਂ ਹੁਣ ਮਾਰ ਦੂੰ, ਹੁਣ ਰਾਜਾ ਆਇਆ ਮੈਂ ਹੁਣ ਮਾਰ ਦੂੰ, ਪਰ ਤੁਸੀਂ ਆਏ ਹੀ ਨਹੀਂ।
ਹਨੇਰਾ ਹੋ ਗਿਆ ਤੇ ਤੁਹਾਡੇ ਸਿਪਾਹੀਆਂ ਨੇ ਮੈਨੂੰ ਪਛਾਣ ਲਿਆ ਤੇ ਮੇਰੇ ਤੇ ਉਹਨਾਂ ਨੇ ਵਾਰ ਕਰਤਾ ਤੇ ਮੈਂ ਜ਼ਖਮੀ ਹੋ ਗਿਆ। ਤੇ ਜਦੋਂ ਮੈਂ ਜ਼ਖਮੀ ਹਾਲਤ 'ਚ ਇੱਥੇ ਆਇਆ, ਇੱਥੇ ਆ ਕੇ ਤੁਸੀਂ ਮੇਰੀ ਮੱਲਮ ਪੱਟੀ ਕਰੀ, ਮੇਰੀ ਜਾਨ ਬਚਾਈ ਤੇ ਮਹਾਰਾਜ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ, ਮੈਨੂੰ ਮਾफ़ ਕਰ ਦਿਓ। ਮੈਂ ਇੱਥੇ ਤੁਹਾਡਾ ਪੂਰੀ ਜ਼ਿੰਦਗੀ ਤੁਹਾਡਾ ਜਿਹੜਾ ਨੌਕਰ ਚਾਕਰ ਬਣ ਕੇ ਰਹੂੰਗਾ। ਤੇ ਰਾਜਾ ਪੁੱਛਦਾ, ਭਾਈ ਤੂੰ ਮੈਨੂੰ ਮਾਰ ਕਿਉਂ ਰਿਹਾ ਸੀ? ਕਹਿੰਦਾ ਤੁਸੀਂ ਮੇਰੇ ਭਰਾ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਤੇ ਜਿਹੜੀ ਉਹਦੀ ਜ਼ਮੀਨ ਸੀ ਉਹ ਤੁਸੀਂ ਵੀ ਰੱਖ ਲਈ। ਤੇ ਰਾਜਾ ਬੜਾ ਸੋਚਣ ਲੱਗਿਆ ਇਸ ਗੱਲ ਨੂੰ ਦੇਖ ਕੇ ਕਿ ਮੇਰੇ ਤੋਂ ਜਿਹੜਾ ਵੀ ਇਹ ਅਨਿਆਏ ਹੋਇਆ। ਤੇ ਰਾਜਾ ਕਹਿੰਦਾ ਵੀ ਕੋਈ ਗੱਲ ਨਹੀਂ, ਮੈਂ ਤੈਨੂੰ ਮਾफ़ ਕਰਤਾ, ਬਟ ਜਿਹੜੀ ਤੇਰੇ ਭਰਾ ਦੀ ਜ਼ਮੀਨ ਸੀ ਉਹ ਤੈਨੂੰ ਵਾਪਸ ਮਿਲ ਜੂ। ਤੇ ਮੈਂ ਆਪਣੇ ਸਿਪਾਹੀਆਂ ਨੂੰ ਭੇਜ ਕੇ ਜਿਹੜੇ ਸ਼ਾਹੀ ਵੈਦ ਨੇ, ਜਿਹੜੇ ਰਾਜੇ ਮਹਾਰਾਜਿਆਂ ਦੇ ਪੁਰਾਣੇ ਵੈਦ ਸੀ, ਕਹਿੰਦਾ ਉਹ ਤੋਂ ਨਾਲ ਤੇਰਾ ਜਿਹੜਾ ਜ਼ਖਮ ਮੈਂ ਪੂਰਾ ਇਹਨੂੰ ਇਲਾਜ ਕਰਵਾ ਦੂੰ। ਤੇ ਬੇਟਾ ਫਿਰ ਜਿਹੜਾ ਰਾਜਾ ਆਪਣੇ ਸਵਾਲ ਦੂਆ ਦਿਨ ਚੜ੍ਹ ਗਿਆ ਉਹਨਾਂ ਦੇ ਉੱਤਰ ਪੁੱਛਣ ਲਈ, ਫਿਰ ਉਸ ਸਾਧੂ ਕੋਲੇ ਗਿਆ। ਕਹਿੰਦਾ ਮਹਾਰਾਜ ਵੀ ਤੁਸੀਂ ਮੈਨੂੰ ਮੇਰੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਤੇ ਉਹ ਕਹਿੰਦੇ, ਭਾਈ ਤੂੰ ਰਾਜਾ, ਤੈਨੂੰ ਤੇਰੇ ਤਿੰਨੇ ਸਵਾਲਾਂ ਦੇ ਜਵਾਬ ਤਾਂ ਮਿਲ ਚੁੱਕੇ ਨੇ, ਪਰ ਤੂੰ ਫਿਰ ਵੀ ਮੇਰੇ ਤੋਂ ਇਹਨਾਂ ਦੇ ਉੱਤਰ ਲੱਭ ਰਿਹਾ, ਪੁੱਛ ਰਿਹਾ। ਤਪੀਸਰ ਨੇ ਕਿਹਾ, ਰਾਜਨ ਵੇਖ, ਜੇ ਤੂੰ ਮੇਰੇ ਉੱਤੇ ਦਇਆ ਕਰਕੇ ਕਿਆਰੀ ਨਾ ਪੁੱਟਦਾ ਅਤੇ ਛੇਤੀ ਵਾਪਸ ਮੁੜ ਜਾਂਦਾ ਤਾਂ ਇਹ ਆਦਮੀ ਤੇਰੇ ਉੱਤੇ ਹਮਲਾ ਕਰਕੇ ਤੈਨੂੰ ਕਤਲ ਕਰ ਦਿੰਦਾ। ਹੁਣ ਬੇਟਾ ਜਿਹੜੇ ਇਹ ਨਾ ਸਾਧੂ ਲੋਕ ਹੁੰਦੇ ਨੇ, ਜਾਣੀ ਜਾਣ ਹੁੰਦੇ ਨੇ। ਜਿਵੇਂ ਅਸੀਂ ਕਹਿੰਦੇ ਜਦੋਂ ਕੋਈ ਨਾ ਅਸੀਂ ਕਹਾਣੀ ਪੜ੍ਹਦੇ ਹਾਂ ਜਾਂ ਉਹਦੇ ਕਿਸੇ ਨਤੀਜੇ 'ਤੇ ਪਹੁੰਚਦੇ ਹਾਂ ਤਾਂ ਉੱਥੇ ਜਿਹੜਾ ਸਾਨੂੰ ਕੋਈ ਨਾ ਕੋਈ ਕਾਲਪਨਿਕ ਗੱਲ ਉਹਦੇ ਵਿੱਚ ਐਡ ਕਰਨੀ ਪੈਂਦੀ ਹੈ। ਤੇ ਹੁਣ ਉਹ ਜਿਹੜਾ ਜਾਣੀ ਜਾਣਾ ਤਪੀਸਰ, ਉਹ ਕਹਿੰਦਾ ਵੀ ਜੇ ਤੈਨੂੰ ਮੈਂ ਕਿਆਰੀ ਨਾ ਪੁੱਟਣ ਲਾਉਂਦਾ ਤਾਂ ਤੂੰ ਛੇਤੀ ਵਾਪਸ ਚਲਾ ਜਾਣਾ ਸੀ, ਤਾਂ ਇਹ ਆਦਮੀ ਨੇ ਤੇਰੇ ਉੱਤੇ ਹਮਲਾ ਕਰਕੇ ਤੈਨੂੰ ਕਤਲ ਕਰ ਦਿੰਦਾ। ਸੋ ਕਹਿੰਦਾ ਸਭ ਤੋਂ ਚੰਗਾ ਸਮਾਂ ਉਹ ਹੈ ਜਾਂ ਉਹ ਸੀ ਜਦ ਤੂੰ ਕਿਆਰੀ ਪੁੱਟਦਾ ਸੀ, ਵੀ ਜਦੋਂ ਤੁਹਾਡੀ ਜਾਨ ਬਚ ਰਹੀ ਹੁੰਦੀ ਹੈ ਕਿਸੇ ਵੀ ਕਾਰਨ ਕਰਕੇ। ਮੈਂ ਉਸ ਵੇਲੇ ਦੇ ਵਰਤਾਅ ਲਈ ਤੇਰੇ ਲਈ ਚੰਗਾ ਪੁਰਸ਼ ਸਾਂ। ਵੀ ਜੇ ਤੁਸੀਂ ਵਰਤਾਅ ਲਈ ਚੰਗਾ ਬੰਦਾ ਕੌਣ ਸੀ? ਕਹਿੰਦਾ ਮੈਂ ਸੀ ਚੰਗਾ ਪੁਰਸ਼। ਮੈਂ ਤੇਰੇ ਲਈ ਕਹਿੰਦਾ ਉਸ ਟਾਈਮ ਚੰਗਾ ਪੁਰਸ਼ ਸਾਂ ਅਤੇ ਮੇਰੇ ਨਾਲ ਨੇਕੀ ਕਰਨਾ ਤੇ ਮੇਰੀ ਮਦਦ ਕਰਨਾ ਤੇਰਾ ਸਭ ਤੋਂ ਜ਼ਰੂਰੀ ਕੰਮ ਸੀ। ਤੋ ਸਭ ਤੋਂ ਜ਼ਰੂਰੀ ਕੰਮ ਕੀ ਸੀ? ਕਹਿੰਦਾ ਤੇਰਾ ਮੇਰੇ ਨਾਲ ਨੇਕੀ ਕਰਨਾ ਤੇ ਮੇਰੇ ਨਾਲ ਕੰਮ ਕਰਵਾਉਣਾ। ਤੂੰ ਕਹਿੰਦਾ ਕਰਵਾ ਵੀ ਰਿਹਾ ਸੀ। ਫਿਰ ਕਹਿੰਦਾ ਉਸ ਤੋਂ ਪਿੱਛੋਂ ਜਦ ਇਹ ਗੱਭਰੂ ਦੌੜਦਾ ਆਇਆ ਤਾਂ ਸਭ ਤੋਂ ਚੰਗਾ ਸਮਾਂ ਉਹ ਸੀ ਜਦੋਂ ਤੂੰ ਉਸ ਦੇ ਪੱਟੀ ਕੀਤੀ, ਮਤਲਬ ਦੂਸਰੇ ਦੀ ਸੇਵਾ ਕਰਨੀ। ਜੇ ਤੂੰ ਇਉਂ ਨਾ ਕਰਦਾ ਕਹਿੰਦਾ ਇਹ ਆਦਮੀ ਮਰ ਜਾਂਦਾ। ਉਸ ਵੇਲੇ ਵਰਤਾਅ ਲਈ ਨਹੀਂ, ਕਹਿੰਦਾ ਵੀ ਵਰਤਾਅ ਲਈ ਜਦੋਂ ਅਸੀਂ ਬਿਹੇਵ ਕਰਦੇ ਹਾਂ ਕਿਸੇ ਲਈ, ਵੀ ਉਹ ਕਿਹੜਾ ਵਰਤਾਅ ਕਿਹਦੇ ਨਾਲ ਕਿਹੋ ਜਿਹਾ ਕਰਨਾ। ਕਹਿੰਦਾ ਵਰਤਾਅ ਲਈ ਉਹ ਜ਼ਰੂਰੀ ਆਦਮੀ ਸੀ, ਮਤਲਬ ਉਹੀ ਜ਼ਰੂਰੀ ਆਦਮੀ ਸੀ ਅਤੇ ਜੋ ਭਲਾ ਤੂੰ ਉਸ ਨਾਲ ਕੀਤਾ ਉਹੀ ਜ਼ਰੂਰੀ ਕੰਮ ਸੀ। ਜ਼ਰੂਰੀ ਉਹ ਤੋਂ ਪੁੱਛਦੇ ਨੇ ਜ਼ਰੂਰੀ ਆਦਮੀ ਕੌਣ ਹੈ ਜਿਹਨੇ ਅਸੀਂ ਵਰਤ ਰਹੇ ਹਾਂ। ਭਲਾ ਕੰਮ ਕੀ ਸੀ? ਕਹਿੰਦਾ ਉਹੀ ਭਲਾ ਤੇ ਜ਼ਰੂਰੀ ਕੰਮ ਸੀ ਜਿਹੜਾ ਤੈਂ ਉਹਦੀ ਹੈਲਪ ਕੀਤੀ, ਮਦਦ ਕੀਤੀ, ਪੱਟੀਆਂ ਕੀਤੀ, ਉਹਦੀ ਜਾਨ ਬਚਾਈ। ਕੁਝ ਕੁ ਰੁਕ ਕੇ ਤਪੀਸਰ ਫੇਰ ਕਹਿਣ ਲੱਗਾ, ਕਹਿੰਦਾ ਭਾਈ ਸੁਣ ਹੁਣ, ਕਹਿੰਦਾ ਯਾਦ ਰੱਖੋ ਸਭ ਤੋਂ ਜ਼ਰੂਰੀ ਤੇ ਚੰਗਾ ਸਮਾਂ ਹੁੰਦਾ ਵਰਤਮਾਨ ਸਮਾਂ, ਜਿਹੜਾ ਚੱਲ ਰਿਹਾ ਕਾਲ ਆ। ਕਹਿੰਦਾ ਸਭ ਤੋਂ ਜ਼ਰੂਰੀ ਉਹ ਹੁੰਦਾ, ਕਹਿੰਦਾ ਜਿਸ ਵੇਲੇ ਜੋ ਨੇਕੀ ਹੋ ਸਕੇ ਕਰ ਲਓ। ਕਹਿੰਦਾ ਜਿਹੜਾ ਚੱਲ ਰਿਹਾ ਸਮਾਂ ਨਾ ਉਹਦੇ ਵਿੱਚ ਜੋ ਵੀ ਤੁਸੀਂ ਚੰਗਾ ਕਰ ਸਕਦੇ ਹੋ ਉਹੀ ਸਭ ਕਰ ਲਓ। ਕਹਿੰਦਾ ਇਹ ਵੇਲਾ ਸਾਡੇ ਹੱਥ ਵਿੱਚ ਹੈ, ਇਹੋ ਜ਼ਰੂਰੀ ਵੇਲਾ ਹੈ। ਵਰਤਮਾਨ ਕਾਲ ਆ ਬੇਟਾ, ਜਿਹੜਾ ਕਹਿੰਦੇ ਜਿਹੜਾ ਤੁਹਾਡੇ ਕੋਲ ਸਮਾਂ ਹੈਗਾ, ਤੁਸੀਂ ਜਿਉਂਦੇ ਹੋ, ਚੱਲ ਰਿਹਾ, ਤੁਹਾਡੇ ਸਾਹ ਚੱਲ ਰਹੇ ਨੇ, ਕਹਿੰਦੇ ਸਭ ਤੋਂ ਜਿਹੜਾ ਅੱਛਾ ਸਮਾਂ ਉਹ ਉਹੀ ਹੁੰਦਾ ਜਿਹੜਾ ਵਰਤਮਾਨ ਕਾਲ। ਜਿਹੜਾ ਬੇਟਾ ਆਊਗਾ ਤਾਂ ਨਾ ਤੁਸੀਂ ਦੇਖਿਆ ਨਾ ਅਸੀਂ ਨੇ ਦੇਖਿਆ। ਕਹਿੰਦੇ ਜਿਹੜਾ ਪ੍ਰੈਜੈਂਟ ਆ ਉਹਦੇ ਵਿੱਚ ਜੀਓ। ਜਿਹੜਾ ਚੱਲ ਰਿਹਾ ਸਮਾਂ ਹੁੰਦਾ, ਕਹਿੰਦੇ ਸਭ ਤੋਂ ਚੰਗਾ ਸਮਾਂ ਕਿਹੜਾ ਹੁੰਦਾ? ਜੋ ਚੱਲ ਰਿਹਾ ਹੁੰਦਾ, ਵਰਤਮਾਨ ਕਾਲ। ਜੋ ਕੁਛ ਕਰ ਸਕਦੇ ਹੋ ਕਰ ਲਓ। ਕਹਿੰਦੇ ਦੂਸਰੀ ਗੱਲ ਆ, ਕਹਿੰਦਾ ਵਰਤਾਅ ਲਈ ਉਹ ਹੀ ਚੰਗਾ ਆਦਮੀ ਹੁੰਦਾ ਹੈ ਜਿਹੜਾ ਉਸ ਘੜੀ ਸਾਡੇ ਕੋਲ ਹੋਵੇ। ਜਿਹੜਾ ਵਿਅਕਤੀ ਉਸ ਟਾਈਮ ਜਿਹੜਾ ਚੱਲ ਰਿਹਾ ਪ੍ਰੈਜੈਂਟ ਸਮੇਂ 'ਚ ਤੁਹਾਡੇ ਕੋਲ ਆ, ਜਿਵੇਂ ਤੁਸੀਂ ਕਲਾਸ 'ਚ ਬੈਠੇ ਹੋ, ਤੁਹਾਡੇ ਦੋਸਤ ਚੰਗੇ ਬੰਦੇ ਨੇ ਵਰਤਾਅ ਲਈ, ਤੁਹਾਡੇ ਅਧਿਆਪਕ ਚੰਗੇ ਬੰਦੇ ਨੇ ਵਰਤਾਅ ਲਈ, ਅੰਕਲ ਆਂਟੀ ਚੰਗੇ ਨੇ ਵਰਤਾਅ ਲਈ। ਕਹਿੰਦਾ ਜਿਹੜਾ ਆਦਮੀ ਪ੍ਰੈਜੈਂਟ ਸਮੇਂ 'ਚ ਤੁਹਾਡੇ ਕੋਲ ਆ ਉਹੀ ਚੰਗਾ ਆਦਮੀ ਹੈ ਜਿਹੜਾ ਉਸ ਘੜੀ ਸਾਡੇ ਕੋਲ ਹੋਵੇ। ਪਤਾ ਨਹੀਂ ਹੋਰ ਕਿਸੇ ਵੇਲੇ ਕਿਸੇ ਨਾਲ ਸਾਡਾ ਬਾਹ ਹੀ ਨਾ ਪਏ ਤੇ ਬੰਦਾ ਇਸ ਜਹਾਨ ਤੋਂ ਚਲਾ ਜਾਵੇ। ਕਹਿੰਦੇ ਕੀ ਪਤਾ ਅਗਲੇ ਸਮੇਂ ਦਾ ਕੋਈ ਕਿਹੋ ਜਿਹਾ ਸਮਾਂ ਹੋਊਗਾ, ਅਗਲਾ ਸਾਹ ਆਊਗਾ ਕਿ ਨਹੀਂ ਆਊ। ਸੋ ਜਿਹੜਾ ਪ੍ਰੈਜੈਂਟ ਸਮਾਂ ਕਹਿੰਦੇ ਕਾਲ ਚੱਲ ਰਿਹਾ, ਸਭ ਤੋਂ ਚੰਗਾ ਸਮਾਂ ਤਾਂ ਉਹੀ ਹੁੰਦਾ। ਤੇ ਕਹਿੰਦੇ ਅਸਲ ਵਿੱਚ ਕੰਮਾਂ ਵਿੱਚੋਂ ਸਭ ਤੋਂ ਅਹਿਮ ਕੰਮ ਕੀ ਹੁੰਦਾ? ਹੁਣ ਰਾਜੇ ਦਾ ਤੀਸਰਾ ਸਵਾਲ ਸੀ ਕਿ ਸਭ ਤੋਂ ਅਹਿਮ ਕੰਮ ਕੀ ਹੁੰਦਾ? ਉੱਚਾ ਤੇ ਜ਼ਰੂਰੀ ਕੰਮ ਇਹੋ ਹੈ ਕਿ ਹਰ ਕਿਸੇ ਆਦਮੀ ਦਾ ਭਲਾ ਕੀਤਾ ਜਾਵੇ।
ਸਭ ਤੋਂ ਜ਼ਰੂਰੀ ਕੰਮ ਕਿਹੜਾ ਕਹਿੰਦੇ? ਭਲਾ ਕਰਨਾ, ਨੇਕੀ ਕਰਨੀ, ਕਿਉਂਕਿ ਮਨੁੱਖ ਦੇ ਦੁਨੀਆ ਵਿੱਚ ਆਉਣ ਦਾ ਮੰਤਵ ਇੱਕੋ ਇੱਕ ਹੈ। ਕੀ ਆ? ਕਿ ਭਲਾ ਕਰਨਾ, ਦੂਜਿਆਂ ਦੇ ਕੰਮ ਆਉਣਾ। ਸੋ ਬੇਟਾ ਤਪੀਸਰ ਵੱਲੋਂ ਦਿੱਤੇ ਸਵਾਲਾਂ ਦੇ ਸਹੀ ਜਵਾਬਾਂ ਨਾਲ ਰਾਜੇ ਦੀ ਤਸੱਲੀ ਹੋ ਗਈ। ਉਹ ਤਪੀਸਰ ਦਾ ਧੰਨਵਾਦ ਕਰਦਾ ਹੋਇਆ ਖੁਸ਼ੀ-ਖੁਸ਼ੀ ਵਾਪਸ ਪਰਤ ਆਉਂਦਾ। ਸੋ ਬੇਟਾ ਇਹ ਸੀਗੀ ਕਹਾਣੀ। ਸੋ ਆਓ ਇਸ ਕਹਾਣੀ ਨਾਲ ਸੰਬੰਧਿਤ ਜਿਹੜੇ ਸਵਾਲ ਜਵਾਬ ਨੇ ਉਹ ਕਰਦੇ ਹਾਂ। ਪ੍ਰਸ਼ਨ ਨੰਬਰ ਊੜਾ, ਰਾਜੇ ਦੇ 3 ਸਵਾਲ, ਰਾਜੇ ਨੇ 3 ਸਵਾਲ ਕਿਉਂ ਪੁੱਛੇ ਸਨ? ਉੱਤਰ ਹੈ, ਰਾਜੇ ਨੇ ਆਪਣੇ ਰਾਜ ਪ੍ਰਬੰਧ ਨੂੰ ਹੋਰ ਚੰਗੀ ਤਰ੍ਹਾਂ ਚਲਾਉਣ ਲਈ 3 ਸਵਾਲ ਪੁੱਛੇ ਸਨ। ਪ੍ਰਸ਼ਨ ਨੰਬਰ ਐੜਾ, 3 ਸਵਾਲ ਕਿਹੜੇ-ਕਿਹੜੇ ਸਨ? ਉੱਤਰ ਹੈ, ਰਾਜੇ ਦੇ 3 ਸਵਾਲ ਇਹ ਸਨ ਕਿ ਕੰਮ ਕਰਨ ਲਈ ਚੰਗਾ ਸਮਾਂ ਕਿਹੜਾ ਹੈ? ਜਿਵੇਂ ਅਸੀਂ ਬੇਟਾ ਪੜ੍ਹਿਆ ਉਹ ਸੀ ਵਰਤਮਾਨ। ਵਰਤਾਓ ਲਈ ਚੰਗਾ ਆਦਮੀ ਕਿਹੜਾ ਹੈ? ਜਿਹੜਾ ਵਰਤਮਾਨ ਸਮੇਂ 'ਚ ਤੁਹਾਡੇ ਨਾਲ ਹੋਵੇ ਉਹੋ ਹੀ ਆਦਮੀ ਹੁੰਦਾ ਹੈ ਵਰਤਾਓ ਲਈ ਚੰਗਾ। ਅਤੇ ਅੱਗੇ ਸੀ ਬੇਟਾ ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ? ਮਨੁੱਖਤਾ ਦਾ ਜਾਂ ਗਰੀਬਾਂ ਦੀ, ਲੋੜਵੰਦਾਂ ਦੀ ਮਦਦ ਕਰਨਾ। ਸੋ ਇਹਦੇ ਬੇਟਾ ਮੈਂ ਉੱਤਰ ਵੀ ਨਾਲ ਦੱਸੇ ਨੇ। ਸੋ ਅੱਗੇ ਹੈਗਾ ਪ੍ਰਸ਼ਨ ਨੰਬਰ ਈਡੀ, ਕਹਿੰਦਾ ਜਦੋਂ ਰਾਜੇ ਦੀ 3 ਸਵਾਲਾਂ ਦੇ ਉੱਤਰਾਂ ਦੀ ਤਸੱਲੀ ਨਾ ਹੋਈ ਤਾਂ ਉਸਨੇ ਕੀ ਕੀਤਾ? ਉੱਤਰ ਹੈ, ਜਦੋਂ ਰਾਜੇ ਦੀ ਤਸੱਲੀ ਨਾ ਹੋਈ ਤਾਂ ਅਖੀਰ ਰਾਜਾ ਜੰਗਲ ਵਿੱਚ ਇੱਕ ਤਪੀਸਰ ਕੋਲ ਆਪਣੇ ਸਵਾਲਾਂ ਦੇ ਉੱਤਰ ਲੈਣ ਲਈ ਚਲਾ ਗਿਆ। ਸੋ ਜਿਵੇਂ ਅਸੀਂ ਕਹਾਣੀ ਦੇ ਵਿੱਚ ਪੜ੍ਹਿਆ ਕਿ ਜਦੋਂ ਬੇਟਾ ਜਿਵੇਂ ਉੱਪਰ ਦੇਖੋ ਰਾਜੇ ਦਾ ਦਰਬਾਰ ਲੱਗਿਆ ਹੋਇਆ, ਬਹੁਤ ਸਾਰੇ ਦਰਬਾਰੀਆਂ ਨੇ, ਬਹੁਤ ਸਾਰੇ ਬੁੱਧੀਜੀਵੀਆਂ ਨੇ, ਬਹੁਤ ਸਾਰੇ ਮੰਤਰੀਆਂ ਨੇ, ਬਹੁਤ ਸਾਰੇ ਵਜ਼ੀਰਾਂ ਨੇ ਰਾਜੇ ਨੂੰ ਸਲਾਹ ਦਿੱਤੀ, ਪਰ ਉਹਦੀ ਤਸੱਲੀ ਨਾ ਹੋਈ। ਉਹ ਆਪਣੇ ਸਵਾਲਾਂ ਦੇ ਜਵਾਬ ਲੈਣ ਲਈ ਕਿੱਥੇ ਚਲਾ ਜਾਂਦਾ? ਜੰਗਲ ਦੇ ਵਿੱਚ ਇੱਕ ਤਪੀਸਰ ਕੋਲੇ ਚਲਾ ਜਾਂਦਾ। ਅੱਗੇ ਹੈਗਾ ਪ੍ਰਸ਼ਨ ਨੰਬਰ ਸੱਸਾ, ਰਾਜੇ ਨੇ ਤਪੀਸਰ ਪਾਸ ਜਾ ਕੇ ਕੀ ਕੀਤਾ? ਉੱਤਰ ਹੈ, ਰਾਜੇ ਨੇ ਤਪੀਸਰ ਕੋਲ ਜਾ ਕੇ ਕਹੀ ਨਾਲ ਇੱਕ ਕਿਆਰੀ ਪੁੱਟੀ ਅਤੇ ਇੱਕ ਜ਼ਖਮੀ ਨੌਜਵਾਨ ਦੀ ਮੱਲਮ ਪੱਟੀ ਕੀਤੀ। ਆ ਜਿਹੜਾ ਬੇਟਾ ਫੋਟੋ 'ਚ ਤੁਸੀਂ ਵੇਖ ਸਕਦੇ ਹੋ, ਰੁੱਖ ਨੂੰ ਹੱਥ ਪਾਈ ਖੜਾ, ਇਹ ਇੱਕ ਨੌਜਵਾਨ ਆ ਜ਼ਖਮੀ। ਇਸ ਨੌਜਵਾਨ ਨੂੰ ਬੇਟਾ ਰਾਜੇ ਦੇ ਸੈਨਿਕਾਂ ਨੇ ਜ਼ਖਮੀ ਕਰ ਦਿੱਤਾ ਸੀ, ਜਿਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਇਹ ਮਹਾਰਾਜ ਦੇ ਉੱਪਰ ਹਮਲਾ ਕਰਨ ਜਾ ਰਿਹਾ। ਪਰ ਜਦੋਂ ਬੇਟਾ ਉਹ ਸਿਪਾਹੀਆਂ ਤੋਂ ਬਚ ਕੇ ਉੱਥੇ ਜਾਂਦਾ ਰਾਜੇ ਕੋਲ, ਤਾਂ ਰਾਜੇ ਨੇ ਉਹਦੀਆਂ ਮੱਲਮ ਪੱਟੀਆਂ ਕੀਤੀਆਂ। ਸੋ ਬੇਟਾ ਇਹ ਹੈ ਵੀ ਉੱਪਰ ਇਹ ਹੈ ਕਿ ਰਾਜੇ ਨੇ ਤਪੀਸਰ ਪਾਸ ਜਾ ਕੇ ਕੀ ਕੀਤਾ। ਇੱਕ ਤਾਂ ਬੇਟਾ ਉਹਨੇ ਕਿਆਰੀ ਪੁੱਟੀ ਅਤੇ ਦੂਸਰਾ ਇਸ ਨੌਜਵਾਨ ਨੂੰ ਜਿਹੜਾ ਜ਼ਖਮੀ ਹਾਲਤ ਵਿੱਚ ਉੱਥੇ ਆਇਆ ਸੀ ਉਹਦੀ ਮੱਲਮ ਪੱਟੀ ਕੀਤੀ। ਅਤੇ ਅੱਗੇ ਹੈਗਾ ਪ੍ਰਸ਼ਨ ਹਾਹਾ, ਤਪੀਸਰ ਨੇ ਰਾਜੇ ਨੂੰ ਉਸ ਦੀਆਂ ਪੁੱਛਾਂ ਦਾ ਉੱਤਰ ਕਿਵੇਂ ਦਿੱਤਾ? ਪੁੱਛਾਂ ਭਾਵ ਜਿਹੜੇ ਉਹਦੇ ਸਵਾਲ ਸੀ ਤਪੀਸਰ ਨੇ ਉਹਨਾਂ ਦਾ ਜਵਾਬ ਕਿਵੇਂ ਦਿੱਤਾ? ਉੱਤਰ ਹੈ, ਤਪੀਸਰ ਨੇ ਰਾਜੇ ਨੂੰ ਉੱਤਰ ਦਿੱਤਾ ਕਿ ਕੰਮ ਸ਼ੁਰੂ ਕਰਨ ਲਈ ਸਭ ਤੋਂ ਚੰਗਾ ਕਿਹੜਾ ਹੈ ਸਮਾਂ? ਉਹ ਹੈ ਵਰਤਮਾਨ ਕਾਲ। ਸੋ ਰਾਜੇ ਦੇ ਦੂਸਰੇ ਸਵਾਲ ਦਾ ਉੱਤਰ ਤਪੀਸਰ ਨੇ ਦਿੱਤਾ ਕਿ ਲੋੜਵੰਦਾਂ ਨਾਲ ਚੰਗਾ ਵਿਵਹਾਰ ਕਰਨਾ ਇਹ ਠੀਕ ਹੈ। ਅਤੇ ਆਖਰੀ ਸਵਾਲ ਸੀ ਕਿ ਭਲਾ ਮਤਲਬ ਕਿਹੜਾ ਕੰਮ ਕੀਤਾ ਜਾਵੇ, ਸਭ ਤੋਂ ਜ਼ਰੂਰੀ ਕਿਹੜਾ ਹੈ? ਸਭ ਤੋਂ ਜ਼ਰੂਰੀ ਕੰਮ ਕਿਸੇ ਦਾ ਭਲਾ ਕਰਨਾ ਹੈ। ਇਹ ਜਿਹੜੇ ਤਪੀਸਰ ਨੇ ਬੇਟਾ ਸਵਾਲਾਂ ਦੇ ਜਵਾਬ ਦਿੱਤੇ। ਸੋ ਅੱਗੇ ਹੈਗਾ ਕਿ ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਡੌਂਡੀ ਪਿਟਵਾਉਣੀ, ਖੜਕਾ ਕਰਕੇ ਲੋਕਾਂ ਨੂੰ ਸੂਚਨਾ ਦੇਣੀ। ਤੁਸੀਂ ਦੇਖਿਆ ਕੋਈ ਛੋਟਾ ਜਿਹਾ ਨਗਾਰਾ ਜਾਂ ਕੋਈ ਆਵਾਜ਼ ਕਰਨ ਵਾਲੀ ਚੀਜ਼ ਨੂੰ ਵਜਾਉਣਾ ਬੇਟਾ, ਉਹਨੂੰ ਵਜਾ ਕੇ ਸੁਣੋ 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 ਮਹਾਰਾਜ ਦਾ ਫਰਮਾਨ ਆਇਆ ਹੈ। ਐਂ ਨਹੀਂ ਆਪਾਂ ਫਿਲਮਾਂ ਦੇ ਨਾਟਕਾਂ 'ਚ ਦੇਖਦੇ, ਉਹ ਹੁੰਦੀ ਹੈ ਡੌਂਕੀ, ਹੁੰਦੇ ਇਹਨੂੰ ਡੌਂਟਕੀ ਬੋਲਦੇ ਨੇ, ਇੱਥੇ ਡੌਂਡੀ ਪਿਟਵਾਉਣੀ। ਅੱਗੇ ਹੈਗਾ ਬੇਟਾ ਇਹਦਾ ਵਾਕ, ਕਹਿੰਦਾ ਪੁਰਾਣੇ ਸਮਿਆਂ ਵਿੱਚ ਚੌਂਕੀਦਾਰ ਪਿੰਡ ਵਿੱਚ ਡੌਂਡੀ ਪਿੱਟ ਕੇ ਲੋਕਾਂ ਨੂੰ ਸਰਕਾਰੀ ਹੁਕਮ ਸੁਣਾਉਂਦੇ ਸਨ। ਸੋ ਬੇਟਾ ਮੈਂ ਆਪਣੀ ਸੁਰਤ ਵਿੱਚ ਵੀ ਦੇਖਿਆ, ਸਾਡੇ ਜਿਹੜੇ ਪਿੰਡ ਦੇ ਚੌਂਕੀਦਾਰ ਸੀ ਉਹਨਾਂ ਦਾ ਨਾਮ ਸੀ ਭਰਪੂਰ ਸਿੰਘ, ਭੂਰਾ ਬੜਾ ਬੋਲਦੇ ਹੁੰਦੇ ਸੀ ਉਹਨਾਂ ਨੂੰ। ਅਤੇ ਬੇਟਾ ਨਾ ਅੱਗੇ ਜਦੋਂ ਵੀ ਕੋਈ ਉਦੋਂ ਗੁਰਦੁਆਰੇ ਸਾਹਿਬ ਨਹੀਂ ਸੀ ਹੁੰਦੇ, ਮਤਲਬ ਨਾ ਹੀ ਕੋਈ ਬਹੁਤੀਆਂ ਇਸ ਤਰ੍ਹਾਂ ਸਥਾਨ ਸੀਗੇ ਵੀ ਜਿੱਥੇ ਅਨਾਊਂਸਮੈਂਟ ਹੋ ਸਕੇ। ਸੋ ਬੇਟਾ ਚੌਂਕੀਦਾਰ ਜਿਹੜਾ ਹੁੰਦਾ ਸੀ, ਜਿਵੇਂ ਉਹ ਕਹਿਣਾ ਭਾਈ ਕੱਲ੍ਹ ਨੂੰ ਪੋਲੀਓ ਦੇ ਟੀਕੇ ਲੱਗਣਗੇ, ਸਾਰੇ ਜਿਹੜੇ ਬੱਚੇ ਦਾ ਨਵਾਂ ਜਨਮ ਹੋਇਆ ਭਾਈ 5 ਸਾਲ ਤੱਕ ਦੀ ਉਮਰ ਵਾਲੇ ਬੱਚੇ ਦੇ ਕੱਲ੍ਹ ਨੂੰ ਭਾਈ ਸਕੂਲ ਦੇ ਵਿੱਚ ਜਾ ਕੇ ਟੀਕੇ ਲਵਾ ਲਿਆਇਓ। ਆਈਂ ਬੋਲਦਾ ਜਾਈ ਜਾਂਦਾ, ਪਿੰਡ ਦੇ ਲੋਕ ਉਹਨੂੰ ਪੁੱਛਦੇ ਤਾਇਆ ਕੀ ਹੈ ਇਹ, ਫਿਰ ਉਹ ਰੋਕ ਕੇ ਸਾਰਿਆਂ ਨੂੰ ਜਾਣਕਾਰੀ ਦਿੰਦਾ। ਸੋ ਬੇਟਾ ਇਹ ਉਹ ਸਮੇਂ ਨੇ ਜਦੋਂ ਕੋਈ ਵੀ ਇਸ ਤਰ੍ਹਾਂ ਦੇ ਇਨਫੋਰਮੇਸ਼ਨ ਦੇ ਸੋਰਸ ਨਹੀਂ ਸੀ। ਅੱਜ ਕੱਲ੍ਹ ਬੇਟਾ ਮੋਬਾਈਲ ਫੋਨ, ਯੂਟਿਊਬ, ਫੋਰਐਵਰ ਬਹੁਤ ਸਾਰੀਆਂ ਸਹੂਲਤਾਂ ਨੇ। ਇਹ ਉਹ ਸਮੇਂ ਦੀ ਗੱਲ ਆ ਜਦੋਂ ਸਾਡੇ ਵੀ ਮੈਂ ਪਿੰਡ ਦੇ ਵਿੱਚ ਬੇਟਾ ਸੁਣੇ ਨੇ ਕਿ ਕਿਵੇਂ ਚੌਂਕੀਦਾਰ ਸੁਨੇਹਾ ਦੇ ਕੇ ਜਾਂਦਾ ਅਤੇ ਸਾਰੇ ਲੋਕ ਬਾਹਰ ਆ ਕੇ ਸੁਣਦੇ ਕਿ ਕੀ ਸੁਨੇਹਾ ਲੈ ਕੇ ਆਇਆ ਚੌਂਕੀਦਾਰ। ਸੋ ਅੱਗੇ ਹੈਗਾ ਬੇਟਾ 2 ਨੰਬਰ,
ਮਾਲਾ ਮਾਲ ਕਰਨਾ, ਅਮੀਰ ਬਣਾ ਦੇਣਾ। ਕਈ ਲੋਕ ਠੱਗੀਆਂ ਮਾਰ ਕੇ ਹੀ ਮਾਲਾ ਮਾਲ ਹੋ ਜਾਂਦੇ ਹਨ। ਅੱਗੇ ਹੈਗਾ 3 ਨੰਬਰ, ਬਣ ਦੀ ਲੱਕੜੀ। ਵੱਖਰੇ ਵੱਖਰੇ ਥਾਵਾਂ ਤੋਂ ਆਏ ਲੋਕ, ਮੇਲਿਆਂ ਵਿੱਚ ਬਣ ਦੀ ਲੱਕੜੀ ਇਕੱਠੀ ਹੁੰਦੀ ਹੈ। 4 ਨੰਬਰ ਹੈ ਤਪੀਸਰ, ਕਠਨ ਭਗਤੀ ਕਰਨ ਵਾਲਾ। ਰਾਜਾ ਆਪਣੇ ਸਵਾਲਾਂ ਦੇ ਜਵਾਬ ਲੈਣ ਲਈ ਤਪੀਸਰ ਕੋਲ ਗਿਆ। ਚਰਨ ਸੇਵਕ ਹੁੰਦਾ ਬੇਟਾ ਅਧੀਨਗੀ ਨਾਲ ਸੇਵਾ ਕਰਨ ਵਾਲਾ। ਗੱਭਰੂ ਰਾਜੇ ਦਾ ਚਰਨ ਸੇਵਕ ਬਣਨ ਨੂੰ ਤਿਆਰ ਹੋ ਗਿਆ ਉਹਦੀ ਸੇਵਾ ਭਾਵਨਾ ਵੇਖ ਕੇ। ਅੱਗੇ ਹੈਗਾ ਬੇਟਾ ਔਖੇ ਸ਼ਬਦਾਂ ਦੇ ਅਰਥ। ਇਤਰਾਜ਼ ਤੋਂ ਭਾਵ ਹੁੰਦਾ ਸ਼ੰਕਾ ਜਾਂ ਵਿਰੋਧ। ਅੱਗੇ ਹੈਗਾ ਮਸ਼ਵਰਾ ਹੁੰਦੀ ਹੈ ਬੇਟਾ ਰਾਏ, ਸਲਾਹ। ਤਪੀਸਰ ਤੋਂ ਭਾਵ ਹੁੰਦਾ ਬੇਟਾ ਤਪ ਕਰਨ ਵਾਲਾ। ਕੁਟੀਆ ਤੋਂ ਭਾਵ ਹੁੰਦਾ ਸਾਧੂਆਂ ਦੀ ਝੁੱਗੀ ਜਾਂ ਝੌਪੜੀ। ਅੱਗੇ ਹੁੰਦਾ ਬੇਟਾ ਬਿਰਧ, ਵਡੇਰੀ ਉਮਰ ਦਾ ਆਦਮੀ, ਬਜ਼ੁਰਗ ਆਦਮੀ। ਨਿਢਾਲ ਹੁੰਦਾ ਬੇਟਾ ਨਿਸੱਤਾ। ਸੋ ਅੱਗੇ ਬੇਟਾ ਅਸੀਂ ਦੇਖਦੇ ਹਾਂ ਵਰਤਾਅ ਤੋਂ ਭਾਵ ਹੁੰਦਾ ਵਤੀਰਾ, ਬਿਹੇਵੀਅਰ। ਅੱਗੇ ਹੈਗਾ ਬੇਟਾ ਵਿਆਕਰਨ। ਸੰਬੰਧਕ ਕੀ ਹੁੰਦਾ? ਜਿਹੜਾ ਸ਼ਬਦ ਵਾਕ ਵਿੱਚ ਨਾਮ, ਪੜਨਾਮ ਜਾਂ ਵਿਸ਼ੇਸ਼ਣ ਸ਼ਬਦ ਦਾ ਵਾਕ ਦੇ ਦੂਜੇ ਸ਼ਬਦਾਂ ਨਾਲ ਸੰਬੰਧ ਪ੍ਰਗਟ ਕਰਦਾ ਹੈ ਉਸ ਨੂੰ ਸੰਬੰਧਕ ਕਹਿੰਦੇ ਹਨ। ਜਿਵੇਂ ਦਾ, ਦੇ, ਦੀ, ਕੋਲ, ਤੋਂ, ਨੂੰ, ਉੱਤੇ, ਵਿੱਚ, ਨਾਲ। ਵੀ ਰਾਮ ਸ਼ਾਮ ਦਾ ਭਰਾ ਹੈ। ਰਾਮ ਅਤੇ ਸ਼ਾਮ ਦੇ ਵਿਚਕਾਰ ਬੇਟਾ ਇਹਨੇ ਸੰਬੰਧ ਪ੍ਰਗਟ ਕੀਤਾ। ਜਿਵੇਂ ਦੇ ਬੇਟਾ ਲਾਇਆ ਹੋਇਆ, ਦੇ ਸ਼ਬਦ, ਠੀਕ ਆ। ਉਸ ਦਾ ਘਰ ਮੇਰੇ ਘਰ ਦੇ ਕੋਲ ਹੈ। ਦੀ, ਇਹ ਰਾਮ ਦੀ ਕਾਰ ਹੈ। ਰਾਮ ਅਤੇ ਉਹਦੀ ਕਾਰ ਦੇ ਵਿੱਚ ਸੰਬੰਧ ਪੈਦਾ ਕਰਦਾ। ਕੋਲ, ਗੀਤਾ ਅਤੇ ਸੀਤਾ ਕੋਲ ਰਹਿੰਦੀਆਂ ਹਨ। ਤੋਂ ਤੋਂ ਭਾਵ ਹੁੰਦਾ ਇਹ ਚੀਜ਼ ਮੈਂ ਗੁਰਪਾਲ ਤੋਂ ਖਰੀਦੀ। ਨੂੰ, ਸਾਨੂੰ ਸਭ ਨੂੰ ਰਲ ਕੇ ਰਹਿਣਾ ਚਾਹੀਦਾ। ਉੱਤੇ, ਰਮੇਸ਼ ਕੋਠੇ ਉੱਤੇ ਚੜ੍ਹ ਗਿਆ। ਵਿੱਚ, ਮੇਲੇ ਵਿੱਚ ਬਹੁਤ ਭੀੜ ਸੀ। ਨਾਲ, ਮੈਂ ਆਪਣੇ ਪਿਤਾ ਜੀ ਨਾਲ ਬਾਜ਼ਾਰ ਵਿੱਚ ਗਿਆ। ਸੋ ਬੇਟਾ ਇਹ ਹੁੰਦੇ ਨੇ ਜਿਹੜੇ ਨਾਮ ਅਤੇ ਪੜਨਾਮ ਜਾਂ ਵਿਸ਼ੇਸ਼ਣ ਕਿਸੇ ਵੀ ਚੀਜ਼ ਨੂੰ ਇੱਕ ਦੂਜੇ ਦੇ ਨਾਲ ਸੰਬੰਧ ਉਹਨਾਂ ਦਾ ਪ੍ਰਗਟ ਕਰਨ। ਸੋ ਬੇਟਾ ਇਹ ਸੀਗਾ ਵਿਆਕਰਨ ਵਾਲਾ ਭਾਗ। ਅਤੇ ਉੱਪਰ ਬੇਟਾ ਅਸੀਂ ਨੇ ਜਿਹੜਾ ਇਹ ਲਿਖਿਆ ਔਖੇ ਸ਼ਬਦਾਂ ਦੇ ਅਰਥ, ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਕਿਵੇਂ ਵਰਤਣਾ। ਅਤੇ ਇਹ ਉੱਪਰ ਬੇਟਾ ਜਿਹੜੀ ਕਹਾਣੀ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਸੀ। ਅਤੇ ਆਪਾਂ ਉੱਪਰ ਜਿਹੜੀ ਔਰਲ ਰੂਪ 'ਚ ਜਿਹੜੀ ਕਹਾਣੀ ਵੀ ਤੁਹਾਨੂੰ ਸੁਣਾਈ ਹੈ। ਸੋ ਬੇਟਾ ਇਸ ਤਰ੍ਹਾਂ ਤੁਸੀਂ ਨੇ ਆਪਣੀ ਪਾਠ ਪੁਸਤਕ ਵਿੱਚੋਂ ਵੀ ਇੱਕ ਵਾਰ ਇਸ ਕਹਾਣੀ ਨੂੰ ਜ਼ਰੂਰ ਪੜ੍ਹਨਾ ਹੈ। ਸੋ ਹੁਣ ਪ੍ਰਸ਼ਨ ਉੱਤਰਾਂ ਦੀ ਵੀਡੀਓ ਨੂੰ ਆਪਾਂ ਸਮਾਪਤ ਕਰਦੇ ਹਾਂ। ਅਤੇ ਵਧੇਰੇ ਜਾਣਕਾਰੀ ਲਈ ਤੁਸੀਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ, ਜਿਸ ਦਾ ਨਾਮ ਹੈ ਪੰਜਾਬੀ ਐਜੂਕੇਸ਼ਨ ਚੈਨਲ। ਸੋ ਬੇਟਾ ਵੀਡੀਓ ਨੂੰ ਸਮਾਪਤ ਕਰਦੇ ਹਾਂ। ਥੈਂਕ ਯੂ ਜੀ ਐਂਡ ਸਤਿ ਸ਼੍ਰੀ ਅਕਾਲ।